रैली रद्द होने का कारण सी कि रैली दे विच उम्मीद मुताबिक इकट्ठ नहीं हो सकिया। ਉਹਦੇ ਕੋਲ ਤਾਂ ਹੋਮ ਮਿਨਿਸਟਰੀ ਹੈ जी ਉਹਦਾ ਤਾਂ ਵੈਸੇ ਹੀ ਜਾਣਾ ਬਣਦਾ। ਇਲੈਕਸ਼ਨਾਂ ਤੋਂ ਬਾਅਦ ਬੀਜੇਪੀ ਤੇ ਅਕਾਲੀ ਦਲ ਫਿਰ ਇੱਕ ਹੋ ਜਾਣਗੇ, ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਸੁਭਾਵਨਾ ਬਣ ਸਕਦੀ ਹੈ? ਰਾਜਨੀਤੀ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕੋਈ ਗੱਠਜੋੜ ਹੋ ਜੇ ਤੇ ਕਿਹੜੇ ਵੇਲੇ ਗੱਠਜੋੜ ਟੁੱਟ ਜਾਵੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਇਹ ਜੇ ਆਪਣੇ ਆਪ ਨੂੰ ਇੰਨਾ ਕਾਬਲ ਸਮਝਿਆ ਕਿ ਮੈਂ ਇਕੱਲਾ ਸਰਕਾਰ ਬਣਾ ਲੂੰ, ਫਿਰ ਉਹਨੂੰ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਦੀ ਕੀ ਲੋੜ ਸੀ? ਜੇ ਚੰਨੀ ਸਾਹਿਬ ਪੰਜਾਬ ਦੇ ਕਿਸਾਨਾਂ ਦੇ ਹਿਤੈਸ਼ੀ ਹੈ ਤਾਂ ਧਰਨੇ ਨਹੀਂ ਲੱਗਣੇ ਚਾਹੀਦੇ। ਉਹ ਜਿਹੜਾ ਸੀਐਮ ਹੋਊਗਾ ਉਹ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਤਰੱਕੀ ਲਈ ਵਾਲਾ ਹੋਵੇਗਾ ਔਰ ਪੰਜਾਬ 'ਚੋਂ ਹੀ ਹੋਵੇਗਾ। ਲੇਕਿਨ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਜਿਹੜੀ ਸਾਡੇ ਪੰਜਾਬ ਦੀ ਜ਼ਮੀਨ ਤੇ ਜਿਹੜੀ ਇਹ ਰਾਜਧਾਨੀ ਬਣੀ ਹੈ ਤੇ ਉਹ ਤੇ ਪੰਜਾਬ ਦਾ ਹੱਕ ਹੈ। ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ, ਚਾਹੇ ਜੋ ਵੀ ਕੁਛ ਮਰਜ਼ੀ ਹੋ। ਕਰੀਬ 45 ਸਾਲਾਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰ ਇਕੱਲਿਆਂ ਆਪਣੀ ਕਿਸਮਤ ਅਜਮਾਉਣ ਜਾ ਰਹੀ ਭਾਰਤੀ ਜਨਤਾ ਪਾਰਟੀ ਇਨੀ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ। ਕੇਂਦਰ ਅਤੇ ਪੰਜਾਬ ਦਾ ਟਕਰਾਓ ਦਿਖਾਈ ਦੇ ਰਿਹਾ ਹੈ। ਪਾਰਟੀ ਵੱਲੋਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਲੋਕਾਂ ਤੋਂ ਇੱਕ ਤਰ੍ਹਾਂ ਦੀ ਕਿਸਾਨਾਂ ਤੋਂ ਮਾਫੀ ਵੀ ਮੰਗੀ। ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗੱਠਜੋੜ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਭਵਿੱਖ ਹੈ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਨੂੰ ਲੈ ਕੇ ਕੀ ਸਿਆਸਤ ਕੀਤੀ ਜਾ ਰਹੀ ਹੈ ਜਾਂ ਵਾਕਈ ਹੀ ਇਹ ਗੰਭੀਰ ਮਸਲਾ ਸੀ? ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਜੁੜੇ ਹਨ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਸ਼੍ਰੀ ਦਿਆਲਦਾਸ ਸੋਢੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਲਈ। ਬਹੁਤ ਬਹੁਤ ਧੰਨਵਾਦ ਜੀ। ਸੋਢੀ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਇਸ ਮੁੱਦੇ ਨੂੰ ਲੈ ਕੇ ਹੈ ਕਿ ਪੰਜਾਬ ਦੇ ਵਿੱਚ ਇਹਨੇ ਦਿਨੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਪੂਰੀ ਹਲਚਲ ਮੱਚੀ ਹੋਈ ਹੈ ਤੇ ਸੁਪਰੀਮ ਕੋਰਟ ਤੱਕ ਜਿਹੜੀਆਂ ਤਾਰਾਂ ਖੜਕੀਆਂ ਹੋਈਆਂ। ਵਿਰੋਧੀ ਕਹਿ ਰਹੇ ਹੈ ਬੀਜੇਪੀ ਇਸ ਮੁੱਦੇ ਤੇ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਐਕਚੁਅਲ ਦੇ ਵਿੱਚ ਤੁਸੀਂ ਇਸ ਰੈਲੀ ਦੇ ਸਹਿ ਇੰਚਾਰਜ ਸੀਗੇ, ਇਹ ਹਕੀਕਤ ਕੀ ਹੈਗੀ ਹੈ? ਥੋੜਾ ਜਿਹਾ ਇਹਦੇ ਬਾਰੇ ਚਾਨਣਾ ਪਾਓ। ਦੇਖੋ ਮਾਨ ਸਾਹਿਬ, ਜਿਹੜੀ ਫਿਰੋਜ਼ਪੁਰ ਵਿਖੇ ਤੇ ਜਿਹੜੀ ਰੈਲੀ ਰੱਖੀ ਗਈ ਸੀ ਉਹਦੇ ਦੋ ਪਹਿਲੂ ਨੇ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਸ ਦਿਨ ਸਾਡੇ ਜਿਹੜੇ ਸ਼ਹੀਦ ਹੋਏ ਨੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ, ਉਹਨਾਂ ਦੀਆਂ ਸਮਾਧੀਆਂ ਉੱਪਰ ਜਾ ਕੇ ਨਤਮਸਤਕ ਹੋਣਾ ਸੀ ਜੀ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ, ਪਹਿਲਾ ਪੱਖ। ਦੂਜਾ ਪੱਖ ਸੀ ਕਿ ਉਹ ਸ਼ਹੀਦਾਂ ਦੀ ਧਰਤੀ ਦੇ ਉੱਤੇ ਜਿਹੜਾ ਫਿਰੋਜ਼ਪੁਰ ਬਿਲਕੁਲ ਪਛੜਿਆ ਇਲਾਕਾ ਸੀ, ਸਿਹਤ ਸੇਵਾਵਾਂ ਪੱਖੋਂ ਸਰਹੱਦੀ ਇਲਾਕਾ ਹੈ ਜੀ, ਉਹਦੇ ਵਿੱਚ ਇੱਕ PGI ਦਾ ਸਿਹਤ ਸੇਵਾਵਾਂ ਲਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਾ। ਔਰ ਦੂਜਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ 2 ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਾ ਔਰ ਨਾਲ ਇੱਕ ਰੇਲਵੇ ਟਰੈਕ ਦੇਣਾ ਜੀ। ਤੇ ਇਸ ਤੋਂ ਇਲਾਵਾ ਪੰਜਾਬੀਆਂ ਨੂੰ ਬਹੁਤ ਵੱਡੀਆਂ ਉਮੀਦਾਂ ਸੀ ਉਹਨਾਂ ਤੋਂ। ਮੈਂ ਵੀ ਪੰਜਾਬੀ ਹੋਣ ਦੇ ਨਾਤੇ ਇਹ ਖੁਸ਼ੀ ਮਹਿਸੂਸ ਕਰਦਾ ਸੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਉਣਗੇ ਔਰ ਪੰਜਾਬ ਲਈ ਬਹੁਤ ਵੱਡੀਆਂ ਰਿਆਇਤਾਂ ਐਲਾਨ ਕਰਕੇ ਜਾਣਗੇ। ਲੇਕਿਨ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਹਦੀ ਜਿਹੜੀ ਮਨਸ਼ਾ ਉਹ ਸਾਫ਼ ਨਹੀਂ ਸੀ। ਕਿਉਂਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ, ਉੱਥੋਂ ਦਾ ਮੁੱਖ ਮੰਤਰੀ, ਉੱਥੋਂ ਦਾ ਚੀਫ ਸੈਕਟਰੀ, ਉੱਥੋਂ ਦਾ DGP ਪ੍ਰੋਟੋਕੋਲ ਦੇ ਮੁਤਾਬਕ ਉਹਦਾ ਸਵਾਗਤ ਕਰਦਾ ਹੈ ਜੀ। ਲੇਕਿਨ ਤਿੰਨੋਂ ਹੀ ਉਸ ਮੌਕੇ ਗੈਰ ਹਾਜ਼ਰ ਸੀ ਜੀ। ਔਰ ਮੈਂ ਇਸ ਗੱਲ ਦੀ ਬੜੀ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ CM ਚੰਨੀ ਜੀ ਕਹਿੰਦੇ ਨੇ ਕਿ ਕਰੋਨੇ ਦੇ ਵਿਅਕਤੀਆਂ ਦੇ ਵਿੱਚ ਮੈਂ ਜਿਹੜਾ ਹੈਗਾ ਸੰਪਰਕ 'ਚ ਆਇਆ, ਮੈਂ ਇਸ ਕਰਕੇ ਜਿਹੜਾ ਉੱਥੇ ਜਾ ਨਹੀਂ ਸਕਿਆ। ਲੇਕਿਨ ਘਰੇ ਉਹ ਇੰਟਰਵਿਊਆਂ ਕਰ ਰਹੇ ਹੈ, ਉਹ ਸਾਡੀ ਰੈਲੀ ਦੇ ਉੱਪਰ ਤੰਜ ਕੱਸ ਰਹੇ ਹੈ। ਔਰ ਫਿਰ ਤੁਸੀਂ ਦੇਖੋ ਕੱਲ ਉਹ ਜਿਹੜੇ ਕਰੋਨਾ ਨਿਯਮਾਂ ਦੀ ਗੱਲ ਕਰਦੇ ਸੀ, ਕੱਲ ਵੱਡੀਆਂ ਵੱਡੀਆਂ ਰੈਲੀਆਂ ਨੂੰ ਉਹ ਸੰਬੋਧਨ ਕਰ ਰਹੇ ਹੈ। ਹੁਣ ਕਰੋਨਾ ਨਿਯਮ ਕਿੱਥੇ ਨੇ? ਚਲੋ ਜੇ ਉਹ ਕਰੋਨਾ ਨਿਯਮਾਂ ਦੇ ਕਾਰਨ ਨਹੀਂ ਜਾ ਸਕੇ ਤੇ ਉਹਨਾਂ ਦੇ 2 ਉਪ ਮੁੱਖ ਮੰਤਰੀ ਨੇ ਔਰ ਇੱਕ ਉਪ ਮੁੱਖ ਮੰਤਰੀ ਹੈ, ਉਹਦੇ ਕੋਲ ਤਾਂ ਹੋਮ ਮਿਨਿਸਟਰੀ ਹੈ ਜੀ, ਉਹਦਾ ਤਾਂ ਵੈਸੇ ਹੀ ਜਾਣਾ ਬਣਦਾ ਸੀ। ਪਹਿਲੀ ਤਾਂ ਉੱਥੇ ਵੀ ਮੈਂ ਸਮਝਦਾ ਕਿ ਇਹਨਾਂ ਨੇ ਪ੍ਰੋਟੋਕੋਲ ਦੀ ਜਿਹੜੀ ਉਲੰਘਣਾ ਕੀਤੀ ਹੈ। ਦੂਜੀ ਗੱਲ, ਜਦੋਂ ਆਪਾਂ ਨੂੰ ਪਤਾ ਹੈ ਕਿ ਕੋਈ VVIP ਆਉਂਦਾ ਹੈ, ਚਾਹੇ ਕੋਈ ਮੌਸਮ ਸਾਫ਼ ਹੈ, ਚੌਪਰ ਉੱਡ ਸਕਦਾ ਜਾਂ ਨਹੀਂ, ਉਦੋਂ ਬਦਲਵੇਂ ਪ੍ਰਬੰਧ ਨਾਲ ਰੱਖੇ ਜਾਂਦੇ ਆ ਬਿਲਕੁਲ ਕਿ ਜੇ ਕਿਸੇ ਸਮੇਂ ਉਹ ਕੋਈ ਉਡਾਨ ਨਹੀਂ ਭਰੀ ਜਾ ਸਕਦੀ ਚੌਪਰ ਦੀ, ਤੇ ਉਸ ਸਮੇਂ ਬਾਏ ਜਿਹੜਾ ਰੋਡ ਹੈ ਉਹਦੇ ਲਈ ਵੀ 2 ਜਿਹੜੇ ਰੂਟ ਨੇ ਉਹਨਾਂ ਨੂੰ ਸਿਕਿਉਰਿਟੀ ਵੱਲੋਂ ਸੁਰੱਖਿਆ ਰੱਖਿਆ ਜਾਂਦਾ ਹੈ ਔਰ ਉਹਦੇ ਉੱਪਰ ਕੋਈ ਵੀ ਜਿਹੜੀ ਆਵਾਜਾਈ ਵੀ ਹੁੰਦੀ ਤੇ ਉਹ ਬੰਦ ਕਰ ਦਿੱਤੀ ਜਾਂਦੀ ਹੈ। ਔਰ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਆਉਂਦੇ ਰਹੇ ਹੈ ਤੇ ਕੋਠਿਆਂ ਦੇ ਉੱਪਰ ਜਿਹੜੀ ਸਿਕਿਉਰਿਟੀ ਸੀ ਚੜ੍ਹਾ ਦਿੱਤੀ ਜਾਂਦੀ ਸੀ। ਲੇਕਿਨ ਇੱਥੇ ਜਿਹੜੀ ਇਹਨਾਂ ਨੇ ਕੋਤਾਹੀ ਕੀਤੀ ਹੈ ਕਿ ਦੇਖੋ ਪ੍ਰਧਾਨ ਮੰਤਰੀ ਜੀ ਆ ਕੇ ਬੈਠੇ
ਤੇ ਇਹਨਾਂ ਦੇ ਕਹਿਣ ਦੇ ਉੱਪਰ ਹੀ ਕਿ ਜਿਹੜੀ ਰੋਡ ਹੈ ਉਹ ਕਲੀਅਰ ਹੈ ਤੇ ਫੇਰ ਹੀ ਉਹ ਤੁਰੇ ਨੇ ਜੀ। ਫੇਰ ਹੀ ਉਹ ਗਏ ਨੇ। ਲੇਕਿਨ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜਾ ਉਹਨਾਂ ਦਾ ਕਾਫਲਾ ਰੁਕਿਆ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਕਦੇ ਰੁਕਦਾ ਨਹੀਂ ਹੁੰਦਾ, ਈਵਨ ਕਿ ਸੀਐਮ ਦਾ ਕਾਫਲਾ ਵੀ ਨਹੀਂ ਰੁਕਣਾ ਹੁੰਦਾ। ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਜਿਹੜੀ ਉੱਥੋਂ ਦੀ ਸਟੇਟ ਦਾ ਪ੍ਰਸ਼ਾਸਨ ਹੈ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਰੁਕੇ ਨਾ। ਉਹਨਾਂ ਨੇ ਸੜਕ ਖਾਲੀ ਕਰਾਉਣੀ ਹੁੰਦੀ ਹੈ, ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਕੋਤਾਹੀ ਕੀਤੀ ਹੈ। ਲੇਕਿਨ ਹੁਣ ਜਿੱਥੇ ਮੈਂ ਸਮਝਦਾ ਕਿ ਇਸ ਸੂਬੇ ਦੀ ਸਰਕਾਰ ਨੇ ਜੀ ਉਹਨਾਂ ਦੇ ਪ੍ਰੋਟੋਕੋਲ 'ਚ ਔਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਲੰਘਣਾ ਕੀਤੀ, ਉੱਥੇ ਇੱਕ ਇਹਨਾਂ ਦੀ ਮਨਸ਼ਾ ਦੇਖੋ ਕਿ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਬੱਸਾਂ ਦੇ ਉੱਪਰ ਆ ਰਹੇ ਸੀ ਉਹਨਾਂ ਨੂੰ ਪੰਜਾਬ ਦੇ 22 ਪੁਆਇੰਟਾਂ ਉੱਪਰ ਰੋਕਿਆ ਗਿਆ, ਚਾਹੇ ਉਹ ਬਠਿੰਡਾ ਤੋਂ ਜਿਹੜੀ ਹੈਗੀ ਹੈ ਫਰੀਦਕੋਟ ਰੋਡ ਹੈ, ਇਹ ਸਾਰੀਆਂ ਰੋਡਾਂ ਦੇ ਪੁਆਇੰਟਾਂ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਬੱਸਾਂ ਇਹ ਜਿਹੜੀ ਪੁਲਿਸ ਸੀ ਉਹਨੇ ਰੋਕੀਆਂ। ਤਾਂ ਇੱਥੋਂ ਜਿਹੜੀ ਪੁਲਿਸ ਦੀ ਮਨਸ਼ਾ ਹੈ ਉਹ ਸਾਫ਼ ਹੁੰਦੀ ਹੈ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹਦੇ ਪ੍ਰੈਸ਼ਰ ਹੇਠ ਇਹ ਕੰਮ ਕਰ ਰਹੀ ਸੀ ਔਰ ਉਹਨਾਂ ਨੂੰ ਆਦੇਸ਼ ਦਿੱਤੇ ਗਏ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦੇਣਾ। ਸੋਢੀ ਸਾਹਿਬ, ਮੈਂ ਇਸ ਮੁੱਦੇ ਤੇ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਉਲਟ ਚੰਨੀ ਸਾਹਿਬ ਨੇ ਸੇਮ ਡੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦੇ ਮੰਤਰੀ ਵੀ ਕਹੇ ਹੈਗੇ ਆ, ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਵੀ ਕਿਹਾ ਕਿ ਰੈਲੀ ਰੱਦ ਹੋਣ ਦਾ ਕਾਰਨ ਅਸਲ ਦੇ ਵਿੱਚ ਕਿਸਾਨ ਜਾਂ ਉਹ ਐਜੀਟੇਸ਼ਨ ਵਾਲੇ ਨਹੀਂ ਸੀਗੇ। ਰੈਲੀ ਰੱਦ ਹੋਣ ਦਾ ਕਾਰਨ ਸੀ ਕਿ ਰੈਲੀ ਦੇ ਵਿੱਚ ਉਮੀਦ ਮੁਤਾਬਕ ਇਕੱਠ ਨਹੀਂ ਹੋ ਸਕਿਆ, ਜਿਸ ਕਾਰਨ ਪ੍ਰਧਾਨ ਮੰਤਰੀ ਜੀ ਨੇ ਬਹਾਨਾ ਲੈ ਕੇ ਰੈਲੀ ਰੱਦ ਕਰਕੇ ਇਹ ਇਸ਼ੂ ਕੀਤਾ। ਦੇਖੋ ਮਾਨ ਸਾਹਿਬ, ਜਿਹੜੀ ਰੈਲੀ ਹੈ ਉਹ ਰੱਦ ਹੋਣ ਵਾਲੀ ਕੋਈ ਗੱਲ ਨਹੀਂ ਸੀ ਜੀ। ਜੇ ਪ੍ਰਧਾਨ ਮੰਤਰੀ ਜੀ ਦਾ ਕਾਫਲਾ ਬਾਏ ਰੋਡ ਫਿਰੋਜ਼ਪੁਰ ਦੇ ਨੇੜੇ ਪਹੁੰਚ ਜਾਂਦਾ ਹੈ ਤੇ ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ ਕਿ ਰੈਲੀ ਅਸੀਂ ਕੈਂਸਲ ਕਰੀਏ। ਅਸੀਂ ਪਿਛਲੇ 10 ਦਿਨਾਂ ਤੋਂ ਰੈਲੀ ਦੇ ਪ੍ਰਬੰਧਾਂ 'ਚ ਲੱਗੇ ਸੀ ਜੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਨੇ ਲਗਭਗ 3000 ਤੋਂ ਉੱਪਰ ਜਿਹੜੀਆਂ ਬੱਸਾਂ ਸੀ ਉਹ ਬੁੱਕ ਕੀਤੀਆਂ ਔਰ 1000 ਟਰੈਕਸਾਂ, 1000 ਦੇ ਕਰੀਬ ਜਿਹੜੀਆਂ ਤੂਫਾਨ ਗੱਡੀਆਂ ਆਉਂਦੀਆਂ ਔਰ 5-6 ਹਜ਼ਾਰ ਕਾਰਾਂ ਦਾ ਕਾਫਲਾ ਜਿਹੜਾ ਉਹਨਾਂ ਰੈਲੀ ਦੇ ਵਿੱਚ ਆਉਣਾ ਸੀ। ਉਹ ਸਾਡੇ ਵਰਕਰਾਂ ਦੇ ਵਿੱਚ ਚਾਅ ਸੀ। ਮੈਂ ਸਮਝਦਾ ਸਿਰਫ ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਣਨ ਆ ਰਹੇ ਨੇ, ਕਿ ਉਹਨਾਂ ਦਾ ਇਹੀ ਕਸੂਰ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ। ਲੇਕਿਨ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਚੰਨੀ ਜੀ ਨੇ ਆਪਣੇ ਆਪ ਨੂੰ ਬਹਾਨਾ ਮਾਰ ਕੇ ਆਪਣੇ ਘਰੇ ਜਿਹੜਾ ਸੀਗਾ ਉਹਨਾਂ ਨੇ ਇਕਾਂਤਵਾਸ ਕਰ ਲਿਆ ਤੇ ਜਿਹੜੀ ਉਹਨਾਂ ਦੀ ਮਨਸ਼ਾ ਸੀ ਉਹ ਉਹਨਾਂ ਨੇ ਆਪਣੇ ਅਧਿਕਾਰੀਆਂ ਤੋਂ ਤੇ ਪ੍ਰਸ਼ਾਸਨ ਤੋਂ ਪੂਰੀ ਕਰਵਾਈ। ਸੋਢੀ ਸਾਹਿਬ, ਸਾਰੇ ਇਸ ਐਪੀਸੋਡ ਤੋਂ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਖੇਤੀ ਬਿੱਲਾਂ ਨੂੰ ਲੈ ਕੇ ਬਹੁਤ ਲੰਮਾ ਸੰਘਰਸ਼ ਚੱਲਿਆ ਪੰਜਾਬ ਦੇ ਵਿੱਚ ਵੀ, ਫਿਰ ਕਿਸਾਨ ਲੱਖਾਂ ਦੀ ਤਾਦਾਦ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਵੀ ਬੈਠੇ, ਇਸ ਘਟਨਾ ਤੋਂ ਬਾਅਦ ਇੱਕ ਗੱਲ ਤਾਂ ਜ਼ਰੂਰ ਉੱਭਰ ਕੇ ਸਾਹਮਣੇ ਆਈ ਹੈ ਕਿ ਬੀਜੇਪੀ ਅਤੇ ਕਿਸਾਨ ਜਥੇਬੰਦੀਆਂ ਜਾਂ ਆਪਾਂ ਆਮ ਪੰਜਾਬੀ ਕਹਿ ਲਈਏ, ਉਹ ਜਿਹੜੇ ਦਿਲਾਂ ਦੇ ਵਿੱਚ ਦੂਰੀਆਂ ਪਈਆਂ ਹੋਈਆਂ ਸੀ ਦੋਨਾਂ ਧਿਰਾਂ ਦੇ ਵਿੱਚ, ਉਹ ਹਾਲੇ ਤੱਕ ਮਿਟ ਨਹੀਂ ਸਕੀਆਂ। ਹਾਲਾਂਕਿ ਪ੍ਰਧਾਨ ਮੰਤਰੀ ਜੀ ਨੇ 3 ਖੇਤੀ ਬਿੱਲ ਵਾਪਸ ਲੈ ਲਏ ਜਾਂ ਹੋਰ ਵੀ ਕਈ ਕਦਮ ਚੁੱਕਣ ਦੀ ਜਿਹੜੀ ਹੈਗੀ ਹੈ ਪਾਰਟੀ ਵੱਲੋਂ ਚਰਚਾ ਚੱਲੀ ਜਾ ਰਹੀ ਸੀ, ਪਰ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਹਾਲੇ ਤੱਕ ਜਿਹੜਾ ਪਾੜਾ ਪਿਆ, ਪਾੜਾ ਪੂਰ ਨਹੀਂ ਹੋ ਸਕਿਆ? ਦੇਖੋ ਮਾਨ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਚਲੋ ਇਹ ਜਿਹੜਾ ਸੰਘਰਸ਼ ਸੀ ਲੰਮਾ ਚੱਲਿਆ ਜੀ, ਪਰ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਮਨਸ਼ਾ ਸੀ ਜੀ, ਉਹ ਕਦੇ ਵੀ ਕਿਸਾਨਾਂ ਦੇ ਵਿਰੁੱਧ 'ਚ ਨਹੀਂ ਹੋ ਸਕਦੀ ਤੇ ਨਾ ਹੀ ਹੋਈ ਹੈ ਜੀ। ਉਹਨਾਂ ਨੇ ਸਮੇਂ ਦੇ ਮੁਤਾਬਕ ਕੁਝ ਖੇਤੀਬਾੜੀ ਦੇ ਵਿੱਚ ਤਬਦੀਲੀਆਂ ਲਿਆਉਣ ਦੀ ਗੱਲ ਕੀਤੀ ਸੀ ਜੋ ਕਿ ਸਮੇਂ ਦੀ ਲੋੜ ਹੈ ਜੀ। ਇਸ ਕਰਕੇ ਉਹਨਾਂ ਨੇ 11 ਵਾਰ ਦੀਆਂ ਮੀਟਿੰਗਾਂ ਕਰਕੇ ਸੋਚਿਆ ਕਿ ਚਲੋ ਜਿਹੜੇ ਸਾਡੇ ਕਿਸਾਨ ਨੇ, ਸਾਡੇ ਭਰਾ ਨੇ, ਉਹਨਾਂ ਨਾਲ ਮੀਟਿੰਗਾਂ ਕਰਕੇ ਕੋਈ ਸੋਧਾਂ ਕਰਾ ਲਈਆਂ ਜਾਣ, ਉਹਨਾਂ ਦੇ ਸ਼ੰਕੇ ਦੂਰ ਕਰ ਦਿੱਤੇ ਜਾਣ, ਬਹੁਤ ਲੱਭਾਂ ਉਹਨਾਂ ਨੂੰ ਮਾਣ ਸਨਮਾਨ ਵੀ ਦਿੱਤਾ। ਔਰ ਜੇ ਕਿਤੇ ਜਾ ਕੇ ਚਲੋ ਕੋਈ ਗੱਲ ਨਹੀਂ ਬਣੀ ਤੇ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਤੇ ਲੋਕਾਂ ਤੋਂ ਇੱਕ ਤਰ੍ਹਾਂ ਦੀ ਕਿਸਾਨਾਂ ਤੋਂ ਮਾਫੀ ਵੀ ਮੰਗੀ। ਬਹੁਤ ਵੱਡਾ ਉਹਨਾਂ ਨੇ ਇਸ ਗੱਲ ਦਾ ਹਿਰਦਾ ਜਿਹੜਾ ਸਾਫ਼ ਹਿਰਦੇ ਦੇ ਨਾਲ ਇਹ ਗੱਲ ਕਹੀ ਔਰ ਸਿਰ ਵੀ ਝੁਕਾਇਆ ਉਹਨਾਂ ਨੇ ਕਿਸਾਨਾਂ ਅੱਗੇ। ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਕਦੇ ਵੀ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਵਿਰੋਧੀ ਨਹੀਂ ਹੋ ਸਕਦੀ। ਠੀਕ ਹੈ ਕਿ ਜਿਹੜੀਆਂ ਪਾਰਟੀਆਂ ਨੇ ਇਹਦੇ ਉੱਪਰ ਰਾਜਨੀਤੀ ਕੀਤੀ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅੱਜ ਪੰਜਾਬ ਦੇ ਵਿੱਚ ਡੀਸੀ ਹੈੱਡਕੁਆਟਰਾਂ ਦੇ ਧਰਨੇ ਲੱਗੇ ਆ ਕਿਸਾਨ ਯੂਨੀਅਨ ਦੇ, ਕਿਉਂ ਲੱਗੇ ਆ? ਜੇ ਚੰਨੀ ਸਾਹਿਬ ਪੰਜਾਬ ਦੇ ਕਿਸਾਨਾਂ ਦੇ ਹਿਤੈਸ਼ੀ ਹੈ ਤਾਂ ਧਰਨੇ ਨਹੀਂ ਲੱਗਣੇ ਚਾਹੀਦੇ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਹਿਤੈਸ਼ੀ ਕਹਾਉਂਦਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਕਿਉਂ ਭੰਗ ਹੋਈਆਂ? ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿਉਂ ਰੋਕਿਆ ਗਿਆ? ਫਿਰ ਉਹ ਕਿਹੜੇ ਕਿਸਾਨ ਹਿਤੈਸ਼ੀ ਹੈ? ਮੇਰਾ ਕਹਿਣਾ ਇਹ ਹੈ ਕਿ ਕੇਵਲ ਤੇ ਕੇਵਲ ਰਾਜਨੀਤੀ ਕੀਤੀ ਹੈ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਿਆ, ਉਹਦੇ ਨਾਲ ਸੰਬੰਧਿਤ ਇੱਕ ਮੇਰੇ ਜ਼ਿਹਨ ਦੇ ਵਿੱਚ ਗੱਲ ਆ ਗਈ ਕਿ ਪਿਛਲੀ ਰੈਲੀ ਰੱਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਵਾਇਰਲ ਹੋਈਆਂ ਜਿਹਦੇ ਵਿੱਚ ਕੀ ਸੀ ਕਿ ਅਕਾਲੀ ਦਲ ਨੂੰ ਵੱਖ ਹੋਣ ਤੋਂ ਬਾਅਦ ਬੀਜੇਪੀ ਨੇ ਪਹਿਲੀ ਰੈਲੀ ਕੀਤੀ ਤੇ ਪੰਡਾਲ ਦੇ ਵਿੱਚ ਖਾਲੀ ਦੇਖਣ ਨੂੰ ਮਿਲਿਆ। ਤੁਹਾਨੂੰ ਲੱਗਦਾ ਹੈ ਕਿ ਇਸ ਪੋਜੀਸ਼ਨ ਦੇ ਵਿੱਚ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਰੈਲੀ ਦੇ ਰਾਹੀਂ, ਉਹ ਰੈਲੀ ਚਲੋ ਕਿਸੇ ਕਾਰਨਾਂ ਕਰਕੇ ਵੀ ਨਹੀਂ ਹੋ ਸਕੀ, ਤੁਹਾਡੇ ਵਰਕਰ ਇਹਨਾਂ ਉਤਸ਼ਾਹ ਥੋੜਾ ਜਿਹਾ ਹੋਏ ਆ ਤੇ ਅਕਾਲੀ ਦਲ ਜਿਹੜਾ ਉਹ
ਦਾਅਵਾ ਕਰ ਰਿਹਾ ਕਿ ਬੀਜੇਪੀ ਨੇ ਸਾਡੇ ਨਾਲ ਅਲੱਗ ਹੋ ਕੇ ਇਹ ਦੇਖ ਲਿਆ ਕਿ ਕਿੰਨੇ ਪਾਣੀ ਦੇ ਵਿੱਚ ਹੈ। ਇਹਦੇ ਤੁਹਾਡੀ ਕੀ ਟਿੱਪਣੀ ਹੈ? ਦੇਖੋ, ਮੇਰਾ ਕਹਿਣਾ ਹੈ ਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਬਹੁਤ ਲੰਮਾ ਸਮਾਂ ਇਕੱਠੇ ਚੋਣਾਂ ਲੜਦੇ ਰਹੇ ਨੇ, ਲੜੀਆਂ ਵੀ ਹੈ। ਪੰਜਾਬ ਦੀ ਏਕਤਾ ਲਈ, ਪੰਜਾਬ ਦੀ ਸ਼ਾਂਤੀ ਲਈ, ਚਲੋ ਸਾਰੀ ਗੱਲ ਹੁੰਦੀ ਰਹੀ ਹੈ, ਚੋਣਾਂ ਲੜੀਆਂ ਸੀ। ਲੇਕਿਨ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਚਾਹੇ ਇਲੈਕਸ਼ਨ ਇਕੱਠਿਆਂ ਲੜਦੀ ਸੀ ਜੀ, ਪਰ ਸਾਡਾ ਜਿਹੜਾ ਸੰਗਠਨਾਤਮਕ ਢਾਂਚਾ ਸੀ ਮਾਨ ਸਾਹਿਬ, ਉਹ ਬੂਥ ਲੈਵਲ ਤੋਂ ਲੈ ਕੇ ਸਟੇਟ ਤੱਕ ਪੂਰਾ ਸੀਗਾ। ਅੱਜ ਵੀ ਜਿਹੜਾ ਸਾਡਾ ਢਾਂਚਾ ਉਹ ਬਿਲਕੁਲ ਕਾਇਮ ਹੈ। ਅੱਜ ਸਮਾਂ ਅਸੀਂ ਉਦੋਂ ਵੱਧ ਤਾਕਤਵਰ ਹੋਏ ਹਾਂ। ਅੱਜ ਜਿੱਥੇ ਅਸੀਂ ਇਲੈਕਸ਼ਨ ਨਹੀਂ ਲੜਦੇ ਸੀ, ਅੱਜ ਸਾਡੇ ਉੱਥੇ ਸ਼ਕਤੀ ਕੇਂਦਰ ਵੀ ਬਣ ਗਏ ਹੈ, ਸਾਡੇ ਬੂਥ ਵੀ ਬਣ ਗਏ ਹੈ। ਔਰ ਜਿਹੜੀ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ, ਮੈਂ ਸਮਝਦਾ ਕਿ ਉਹਨੇ ਜੇ ਆਪਣੇ ਆਪ ਨੂੰ ਇੰਨਾ ਕਾਬਲ ਸਮਝਿਆ ਕਿ ਮੈਂ ਇਕੱਲਾ ਸਰਕਾਰ ਬਣਾ ਲੂੰ, ਫਿਰ ਉਹਨੂੰ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਨ ਦੀ ਕੀ ਲੋੜ ਸੀ। ਚਲੋ ਠੀਕ ਹੈ ਕਿ ਅਸੀਂ ਪਹਿਲੀ ਵਾਰ ਲੜ ਰਹੇ ਹਾਂ, ਪਹਿਲੀ ਵਾਰ ਲੜਨ ਕਰਕੇ ਜਿਹੜਾ ਹੈਗਾ ਸਾਨੂੰ ਸੰਗਠਨ ਸਾਡਾ ਮਜ਼ਬੂਤ ਹੋ ਗਿਆ। ਅਸੀਂ 117 ਸੀਟਾਂ ਦੇ ਸਾਡਾ ਸੰਗਠਨ ਢਾਂਚਾ ਜਿਹੜਾ ਉਹ ਪੂਰਾ ਬਣਿਆ ਹੋਇਆ। ਅਸੀਂ ਡਟ ਕੇ ਚੋਣਾਂ ਲੜਾਂਗੇ ਔਰ ਮੈਂ ਡਾਂਕੇ ਦੀ ਚੋਟ ਤੇ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸਰਕਾਰ ਵੀ ਬਣਾਵੇ। ਤਾਂ ਇੱਕ ਪੰਜਾਬ ਦੇ ਵਿੱਚ ਇੱਕ ਇਹ ਵੀ ਭਾਵਨਾ ਪਾਈ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਅਲੱਗ ਹੋਣਾ, ਇੱਕ ਵਕਤੀ ਤੌਰ ਤੇ ਅਲੱਗ ਹੋਣਾ ਹੈ। ਬੇਸਿਕਲੀ ਦੋਨੇ ਪਾਰਟੀਆਂ ਅੰਦਰੋਂ ਅੰਦਰੀ ਇੱਕ ਹੈ। ਤੁਸੀਂ ਪਾਰਟੀ ਦੇ ਬਹੁਤ ਸੀਨੀਅਰ ਆਗੂ ਹੈਗੇ ਹੋ। ਮੇਰਾ ਤੁਹਾਡੇ ਤੋਂ ਸਵਾਲ ਇਹ ਹੈਗਾ ਕਿ ਕੀ ਇਹ ਜਿਹੜੀਆਂ ਚਰਚਾਵਾਂ ਹੈ, ਦੰਦ ਕਥਾਵਾਂ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਬੀਜੇਪੀ ਤੇ ਅਕਾਲੀ ਦਲ ਫਿਰ ਇੱਕ ਹੋ ਜਾਣਗੇ, ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਸੁਭਾਵਨਾ ਬਣ ਸਕਦੀ ਹੈ? ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਹੁਤ ਕੋਣੀ ਮੁਕਾਬਲੇ ਹੋਣ ਜਾ ਰਹੇ ਹਨ। ਦੇਖੋ ਮਾਨ ਸਾਹਿਬ, ਅੱਜ ਦੀ ਘੜੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਨਹੀਂ ਹੈ ਤੇ ਨਾ ਹੀ ਹੋਵੇਗਾ ਜੀ। ਲੇਕਿਨ ਰਾਜਨੀਤੀ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹੈ। ਰਾਜਨੀਤੀ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕੋਈ ਗੱਠਜੋੜ ਹੋ ਜਾਏ ਤੇ ਕਿਹੜੇ ਵੇਲੇ ਗੱਠਜੋੜ ਟੁੱਟ ਜਾਵੇ। ਪਰ ਅੱਜ ਦੀ ਘੜੀ ਸਾਡਾ ਕੋਈ ਗੱਠਜੋੜ ਨਹੀਂ, ਨਾ ਹੀ ਕੋਈ ਸਾਡਾ ਦਿਲੋਂ ਕੋਈ ਇਹੋ ਜਿਹੀ ਗੱਲ ਹੈਗੀ ਹੈ। ਉਹ ਆਪਣੀ ਮੁੱਦਿਆਂ ਦੇ ਇਲੈਕਸ਼ਨ ਲੜ ਰਹੇ ਹੈ, ਅਸੀਂ ਆਪਣੇ ਮੁੱਦਿਆਂ ਦੇ ਇਲੈਕਸ਼ਨ ਲੜ ਰਹੇ ਹਾਂ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਉਹਨਾਂ ਨੇ ਇੱਕ ਨਾਅਰਾ ਦਿੱਤਾ ਹੈ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ। ਹੁਣ ਕਈ ਬੰਦੇ ਲੋਕ ਕੁਐਸਚਨ ਕਰਦੇ ਆ ਵੀ ਨਵਾਂ ਪੰਜਾਬ ਤੁਸੀਂ ਕੀ ਸਿਰਜੋਗੇ। ਅਸੀਂ ਕਹਿੰਦੇ ਹਾਂ ਨਵਾਂ ਪੰਜਾਬ ਸਿਰਜਣ ਦੀ ਗੱਲ ਨਹੀਂ, ਅਸੀਂ ਉਹ ਪੰਜਾਬ ਦੇਖਣਾ ਚਾਹੁੰਦੇ ਹਾਂ, ਅਸੀਂ ਉਹ ਪੰਜਾਬ ਬਣਾਉਣਾ ਚਾਹੁੰਦੇ ਹਾਂ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਨਾ ਹੋਵੇ, ਜਿਹੜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨਾ ਹੋਵੇ, ਜਿਹੜੇ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਨਾ ਹੋਵੇ, ਜਿਹੜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋਵੇ। ਸਾਡਾ ਉਹ ਰੰਗਲਾ ਪੰਜਾਬ ਜਿਹੜਾ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ, ਅਸੀਂ ਉਹ ਸਿਰਜਣਾ ਚਾਹੁੰਦੇ ਹਾਂ ਤੇ ਇਹਨਾਂ ਮੁੱਦਿਆਂ ਦੇ ਉੱਪਰ ਲੜ ਕੇ ਇਲੈਕਸ਼ਨ ਜਿੱਤਾਂਗੇ ਔਰ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ। ਸੋਢੀ ਸਾਹਿਬ, ਤੁਸੀਂ ਤੁਹਾਡੇ ਸਹਿਯੋਗੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਕੈਪਟਨ ਸਾਹਿਬ ਦੀ ਪੰਜਾਬ ਲੋਕ ਕਾਂਗਰਸ, ਉਹਨਾਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਇੱਕ ਕਮੇਟੀ ਜਿਹੜੀ 6 ਮੈਂਬਰੀ ਬਣੀ ਹੈ, ਉਸ ਕਮੇਟੀ ਦੇ ਤੁਸੀਂ ਮੈਂਬਰ ਵੀ ਹੋ। ਤੁਹਾਡੀ ਕਿੱਥੋਂ ਕੁ ਤੱਕ ਇਹ ਗੱਲ ਪਹੁੰਚੀ ਕਿ ਜਿਹੜੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਕਾਫੀ ਚਰਚਾਵਾਂ ਸੁਣ ਰਹੀਆਂ ਹੈਗੀਆਂ ਕਿ ਹਾਲੇ ਤਾਲਮੇਲ ਬੈਠ ਨਹੀਂ ਰਿਹਾ, ਤੇ ਕੀ ਲੱਗਦਾ ਕਿ ਬੀਜੇਪੀ ਇਹ ਸਾਰੀ ਸਿਚੁਏਸ਼ਨ ਨੂੰ ਲਏਗੀ? ਦੇਖੋ, ਸਾਡੀ ਜਿਹੜੀ ਕਮੇਟੀ ਬਣੀ ਹੈ ਜੀ ਸੀਟਾਂ ਦੀ ਸ਼ੇਅਰਿੰਗ ਵਾਸਤੇ, ਉਹਦਾ ਮੈਂ ਮੈਂਬਰ ਹਾਂ ਜੀ। ਮੇਰੇ ਨਾਲ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਡਾਕਟਰ ਸ਼ਿਵਾਸ਼ ਸ਼ਰਮਾ ਜੀ ਵੀ ਮੈਂਬਰ ਨੇ ਜੀ। ਔਰ 2 ਮੈਂਬਰ ਜਿਹੜੇ ਹੈਗੇ ਆ ਪੰਜਾਬ ਲੋਕ ਕਾਂਗਰਸ ਵੱਲੋਂ ਤੇ 2 ਹੀ ਸੰਯੁਕਤ ਅਕਾਲੀ ਦਲ ਵੱਲੋਂ। ਬਿਲਕੁਲ। ਸਾਡੀ ਇੱਕ ਬੈਠਕ ਚੰਡੀਗੜ੍ਹ 'ਚ ਹੋਈ ਹੈ। ਅਸੀਂ ਉਸ ਬੈਠਕ ਦੇ ਵਿੱਚ ਸਾਰੇ ਮੁੱਦੇ ਵਿਚਾਰੇ ਹੈ। ਉਹ ਅਸੀਂ ਮੁੱਦਿਆਂ ਤੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਕਿਹੜੇ ਮੁੱਦਿਆਂ ਤੇ ਲੜਿਆ ਜਾਵੇ ਔਰ ਅਸੀਂ ਸਰਕਾਰ ਬਣਾਉਣੀ ਹੈ। ਸੀਟਾਂ ਦੀ ਨੰਬਰਿੰਗ ਦੀ ਗੱਲ ਨਹੀਂ ਹੈ ਜੀ। ਅਸੀਂ ਇਹ ਸੋਚਿਆ ਕਿ ਜਿਸ ਕਿਸੇ ਪਾਰਟੀ ਦਾ ਕੈਂਡੀਡੇਟ ਜਿੱਤਣ ਵਾਲਾ ਹੈ, ਆਪਾਂ ਉਹ ਸੀਟ ਉਸ ਨੂੰ ਲੜਾਓ। ਅਸੀਂ ਇਹ ਨਹੀਂ ਸੋਚਦੇ ਕਿ ਇਹ ਸੀਟਾਂ ਹੁਣ ਇਸ ਪਾਰਟੀ ਨੇ ਲੜਨੀਆਂ, ਉਸ ਨੇ ਲੜਨੀਆਂ। ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਪੰਜਾਬ ਦੇ ਵਿੱਚ ਰਲ ਕੇ ਸਰਕਾਰ ਬਣਾਈਏ। ਜਿਹੜੇ ਕੈਂਡੀਡੇਟ ਜਿੱਤਣ ਵਾਲੇ ਨੇ ਉਹਨਾਂ ਕੈਂਡੀਡੇਟਾਂ ਨੂੰ ਹੀ ਜਿਹੜਾ ਹੈਗਾ ਟਿਕਟਾਂ ਦਿੱਤੀਆਂ ਜਾਣ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਾਂਝੀ ਇੱਕ ਸਰਕਾਰ ਬਣ ਸਕੇ। ਪੰਜਾਬ ਦੇ ਵਿੱਚ ਇੱਕ ਪਿਛਲੀਆਂ ਇਲੈਕਸ਼ਨਾਂ ਤੋਂ ਬਾਅਦ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਿਹੜੀ ਵੀ ਪਾਰਟੀ ਚੋਣ ਮੈਦਾਨ ਵਿੱਚ ਜਾਂਦੀ ਹੈ ਤੇ ਪੰਜਾਬ ਦੇ ਲੋਕ ਤੇ ਖਾਸ ਕਰਕੇ ਓਪੋਜੀਸ਼ਨ ਪਾਰਟੀਆਂ ਵਾਲੇ ਕਹਿੰਦੇ ਆ ਕਿ ਤੁਹਾਡਾ ਬਰਾਤ ਦਾ ਜਿਹੜੀ ਚੱਲੀ ਉਹਦਾ ਲਾੜਾ ਕੌਣ ਹੈ। ਆਮ ਆਦਮੀ ਪਾਰਟੀ ਦਾ ਵੀ ਇਸ ਪਿਛਲੇ ਟਰਮ ਦੇ ਵਿੱਚ ਹੋਏਗਾ, ਉਹਨੂੰ ਨੁਕਸਾਨ ਉਠਾਉਣਾ ਪਿਆ ਕਿ ਉਹਨਾਂ ਨੇ ਆਪਣਾ ਸੀਐਮ ਕੈਂਡੀਡੇਟ ਫੇਸ ਨਹੀਂ ਦਿੱਤਾ ਸੀਗਾ। ਹੁਣ ਵੀ ਇਸ ਮੁੱਦੇ ਨੂੰ ਲੈ ਕੇ ਚਾਹੇ ਉਹ ਕਾਂਗਰਸ ਪਾਰਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਆਪ ਹੈ, ਪਰ ਬੀਜੇਪੀ ਦੀ ਇੱਕ ਪਾਲਿਸੀ ਰਹੀ ਹੈ ਕਿ ਉਹ ਇਲੈਕਸ਼ਨਾਂ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਕਰਦੇ। ਦੇਖੋ ਮਾਨ ਸਾਹਿਬ, ਕਈ ਸੂਬਿਆਂ ਦੇ ਵਿੱਚ ਤਾਂ ਠੀਕ ਹੋ ਅਸੀਂ ਚਿਹਰੇ ਦਿੱਤੇ ਜੀ, ਲੇਕਿਨ ਜੇ ਮੈਂ ਤੁਹਾਨੂੰ ਉੱਤਰ ਪ੍ਰਦੇਸ਼ ਦੀ ਗੱਲ ਕਰਾਂ, ਉੱਥੇ ਅਸੀਂ ਬਹੁਤ ਵੱਡੀ ਬਹੁਮਤ ਦੇ ਵਿੱਚ ਅਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਔਰ ਉੱਥੇ ਅਸੀਂ ਕੋਈ ਸੀਐਮ ਦਾ ਜਿਹੜਾ ਚਿਹਰਾ ਸੀ ਉਹ ਨਹੀਂ ਦਿੱਤਾ ਸੀ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ ਹਜੇ ਆਪਣਾ ਚਿਹਰਾ ਨਹੀਂ ਅਨਾਉਂਸ ਕੀਤਾ। ਕਾਂਗਰਸ ਦੇ ਵਿੱਚ ਵੀ ਘਮਾਸਾਨ ਯੁੱਧ ਹੈ,
ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਜਿਹੜਾ ਹੈਗਾ ਉਹ ਜਿਹੜਾ ਦਿੱਤਾ ਹੈ, ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਫੈਸਲਾ ਆਪ ਹੀ ਕਰਨਾ ਹੈ। ਸਾਡੇ ਦਾ ਇੱਕ ਸਿਸਟਮ ਹੈ ਕਿ ਪਾਰਲੀਮੈਂਟ ਜਿਹੜਾ ਬੋਰਡ ਬਣਦਾ ਹੈ ਜੀ, ਉਹਨੇ ਫੈਸਲਾ ਕਰਨਾ ਹੁੰਦਾ ਹੈ। ਜਦੋਂ ਜਿੱਤ ਕੇ ਆਵਾਂਗੇ ਵਧੀਆ ਜਿਹੜਾ ਆਉਣ ਵਾਲਾ ਮੁੱਖ ਮੰਤਰੀ, ਜੇ ਸਾਡੀ ਲੋਕ ਸਾਨੂੰ ਬਹੁਮਤ ਦਿੰਦੇ ਨੇ, ਸਾਨੂੰ ਪੂਰੀ ਉਮੀਦ ਵੀ ਹੈ, ਤੇ ਉਹ ਜਿਹੜਾ ਸੀਐਮ ਹੋਊਗਾ ਉਹ ਪੰਜਾਬੀ ਔਰ ਪੰਜਾਬੀਅਤ ਦੀ ਤਰੱਕੀ ਲਈ ਵਾਲਾ ਹੋਵੇਗਾ ਔਰ ਪੰਜਾਬ 'ਚੋਂ ਹੀ ਹੋਵੇਗਾ। ਸੋਢੀ ਸਾਹਿਬ, ਇੱਕ ਪੰਜਾਬ ਦੇ ਕਾਫੀ ਸਾਰੇ ਪਿਛਲੇ ਕਈ ਦਹਾਕਿਆਂ ਤੋਂ ਕਈ ਇਹੋ ਜਿਹੇ ਭਖਦੇ ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਰਹੀ ਹੈ। ਮਸਲਨ ਪੰਜਾਬ ਨੂੰ ਚੰਡੀਗੜ੍ਹ ਰਾਜਧਾਨੀ ਜਿਹੜੀ ਹੈਗੀ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਤੇ ਬੀਜੇਪੀ ਇਹਨਾਂ ਮਸਲਿਆਂ ਤੇ ਕੀ ਸਟੈਂਡ ਰੱਖਦੀ ਹੈ? ਕਿਉਂਕਿ ਹੁਣ ਜੇ ਬੀਜੇਪੀ ਪਹਿਲੀ ਵਾਰ ਚੋਣ ਮੈਦਾਨ 'ਚ ਨਿੱਤਨ ਜਾ ਰਹੀ ਹੈ, ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਕਿ ਅਸੀਂ ਸਰਕਾਰ ਬਣਾਵਾਂਗੇ, ਤਾਂ ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਆ ਕਿ ਇਹਨਾਂ ਮੁੱਦਿਆਂ 'ਤੇ ਤੁਹਾਡਾ ਸਟੈਂਡ ਕੀ ਹੈ? ਦੇਖੋ, ਸਾਡਾ ਸਟੈਂਡ ਇਹ ਹੈ ਮਾਨ ਸਾਹਿਬ, ਅਸੀਂ ਪਹਿਲਾਂ ਵੀ ਕਲੀਅਰ ਕੀਤਾ ਹੈ ਕਿ ਜੇ ਪਾਣੀਆਂ ਦੇ ਮੁੱਦਿਆਂ ਦੀ ਗੱਲ ਆਈ ਹੈ ਤੇ ਅਸੀਂ ਹਮੇਸ਼ਾ ਪੰਜਾਬ ਨਾਲ ਖੜੇ ਹਾਂ। ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ, ਚਾਹੇ ਜੋ ਵੀ ਕੁਛ ਮਰਜ਼ੀ ਹੋ ਜੀ। ਔਰ ਦੂਜੀ ਗੱਲ ਜਿਹੜੀ ਰਹੀ ਪੰਜਾਬ ਦੇ ਮੁੱਦਿਆਂ ਦੀ ਜੀ, ਚਾਹੇ ਉਹ ਚੰਡੀਗੜ੍ਹ ਦਾ ਹੈ, ਉਹ ਠੀਕ ਹੈ ਕਿ ਕੇਂਦਰ ਸਰਕਾਰ ਦੇ ਹੱਥ ਫੈਸਲਾ ਹੈ, ਲੇਕਿਨ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਜਿਹੜੀ ਸਾਡੇ ਪੰਜਾਬ ਦੀ ਜ਼ਮੀਨ ਤੇ ਜਿਹੜੀ ਇਹ ਰਾਜਧਾਨੀ ਬਣੀ ਹੈ ਤੇ ਉਹ ਤੇ ਪੰਜਾਬ ਦਾ ਹੱਕ ਹੈ ਜੀ। ਅਸੀਂ ਇਹਦੇ ਕਦੇ ਮੁਨਕਰ ਨਹੀਂ ਹੋ ਸਕਦੇ, ਲੇਕਿਨ ਅਸੀਂ ਪਹਿਲਾਂ ਵੀ ਗੱਲ ਕਹੀ ਹੈ ਕਿ ਪੰਜਾਬ ਦੀ ਤਰੱਕੀ ਲਈ, ਪੰਜਾਬ ਦੇ ਵਿਕਾਸ ਲਈ ਔਰ ਪੰਜਾਬ ਦੇ ਵਿੱਚ ਉਹਨਾਂ ਮੁੱਦਿਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਜਿਹੜੇ ਮੁੱਦਿਆਂ ਦੇ ਨਾਲ ਪੰਜਾਬ ਦੀ ਤਰੱਕੀ ਹੋਣੀ ਹੈ। ਤੁਸੀਂ ਪੰਜਾਬ ਦੇ ਕਈ ਚਰਚਿਤ ਮੁੱਦਿਆਂ ਦੀ ਗੱਲ ਕੀਤੀ ਹੈਗੀ, ਇਲੈਕਸ਼ਨ, ਨਵਾਂ ਪੰਜਾਬ ਦਾ ਤੁਸੀਂ ਨਾਅਰਾ ਦੇ ਕੇ ਆ ਰਹੇ ਹੋ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਮੁੱਦਾ ਜਿਹੜਾ ਬੜਾ ਗੰਭੀਰ ਹੈ। ਦੂਜਾ ਜਿਹੜਾ ਪੰਜਾਬ ਦੇ ਵਿੱਚ ਚਰਚਿਤ ਮੁੱਦਾ ਹੈਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੀ, ਜਿਹਨੂੰ ਲੈ ਕੇ ਪਿਛਲੇ 7 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਆਸਤ ਵੀ, ਆਮ ਲੋਕ ਦੋਸ਼ ਲਾਉਂਦੇ ਕਿ ਸਿਆਸਤ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਦਾਅਵਾ ਕੀਤਾ ਸੀ ਕਿ ਅਸੀਂ ਇਸ ਮੁੱਦੇ ਨੂੰ ਹੱਲ ਕਰਾਂਗੇ, ਪਰੰਤੂ ਹਾਲੇ ਤੱਕ ਇਹ ਮੁੱਦੇ ਉਵੇਂ ਜ਼ਿਕਰ ਮੂੰਹ ਅੱਡੀ ਖੜੇ ਹੈ। ਭਾਰਤੀ ਜਨਤਾ ਪਾਰਟੀ ਜੇਕਰ ਸੱਤਾ ਵਿੱਚ ਆਉਂਦੀ ਹੈ ਤਾਂ ਇਹਨਾਂ ਦੋਨਾਂ ਮੁੱਦਿਆਂ ਤੇ ਪਾਰਟੀ ਦਾ ਕੀ ਸਟੈਂਡ ਹੋਵੇਗਾ? ਮਾਨ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਸਾਂਝੀ ਸਰਕਾਰ ਦੇ ਵਿੱਚ ਸੀ, ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਜੀ, ਉਸ ਸਮੇਂ ਵੀ ਅਸੀਂ ਸਰਕਾਰ 'ਚ ਹੁੰਦਿਆਂ ਹੋਇਆ ਇਹ ਕਿਹਾ ਸੀ ਕਿ ਜਿਹੜੇ ਇਹਦੇ ਅਸਲ ਦੋਸ਼ੀ ਨੇ ਉਹ ਫੜੇ ਜਾਣ ਜੀ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਅਸੀਂ ਉਦੋਂ ਵੀ ਘੋਰ ਨਿੰਦਿਆ ਕੀਤੀ ਸੀ, ਕਿਉਂਕਿ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਸਥਾ ਜੁੜੀ ਹੈ। ਹਰ ਪੰਜਾਬੀ ਚਾਹੁੰਦਾ ਹੈ, ਇਕੱਲਾ ਸਿੱਖ ਹੀ ਨਹੀਂ, ਬਹੁਤ ਜਿਹੜੇ ਹਿੰਦੂ ਲੋਕ ਨੇ ਉਹ ਦਰਬਾਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਮੂਹਰੇ ਜਿੱਥੇ ਵੀ ਉਹ ਪ੍ਰਕਾਸ਼ ਨੇ ਨਤਮਸਤਕ ਹੁੰਦੇ। ਬਿਲਕੁਲ ਸਿਰ ਝੁਕਾਉਂਦੇ। ਤਾਂ ਮੇਰਾ ਕਹਿਣਾ ਇਹ ਹੈ ਕਿ ਇਸ ਮੁੱਦੇ ਉੱਪਰ ਅਸੀਂ ਉਦੋਂ ਸਿੱਟ ਬਣਾਈ ਸੀ, ਲੇਕਿਨ ਬਦਕਿਸਮਤੀ ਨਾਲ ਲੋਕਾਂ ਨੇ ਸਾਡੀ ਸਰਕਾਰ ਨਹੀਂ ਬਣਾਈ, ਤੇ ਇਹ ਜਿਹੜਾ ਫੈਸਲਾ ਸੀਗਾ ਇਹ ਜਿਹੜੀ ਆਪਣੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਉਹਦੇ ਕੋਲੇ ਆਇਆ। ਲੇਕਿਨ ਇਸ ਦੇ ਉੱਤੇ ਜਿਹੜੀ ਰਾਜਨੀਤੀ ਹੋਈ, ਰਾਜਨੀਤੀ ਕੀ ਹੋਈ, ਮੈਂ ਕਹਿੰਦਾ ਕਿ ਜਿਹੜੀਆਂ ਸਿੱਟਾਂ ਬਣਾਈਆਂ ਗਈਆਂ ਕੇਵਲ ਉਹ ਕਾਗਜ਼ ਕਾਲੇ ਕਰਨ ਤੱਕ ਸੀਮਿਤ ਰਹੀਆਂ। ਵਾਰ-ਵਾਰ ਤੁਸੀਂ ਦੇਖੋ ਨਲਾਇਕੀ ਦੀ ਕਾਂਗਰਸ ਸਰਕਾਰ ਦੀ ਕਿ ਜੇ ਕੋਈ ਬੇਅਦਬੀ ਦੇ ਦੋਸ਼ੀ ਫੜੇ ਜਾਂਦੇ ਸੀ, ਉਹਨਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ ਸੀ, ਇੱਕ ਕੇਸ ਦੇ ਵਿੱਚ 3-3 ਵਾਰੀ ਜ਼ਮਾਨਤਾਂ ਦਾ ਹੋ ਜਾਣਾ। ਤਾਂ ਮੇਰਾ ਕਹਿਣਾ ਇਹ ਹੈ ਕਿ ਕੇਵਲ ਤੇ ਕੇਵਲ ਰਾਜਨੀਤੀ ਕੀਤੀ ਗਈ ਹੈ। ਅਸੀਂ ਭਾਰਤੀ ਜਨਤਾ ਪਾਰਟੀ ਤੁਹਾਨੂੰ ਅੱਜ ਵੀ ਕਹਿੰਦੇ ਹਾਂ, ਜਿਵੇਂ ਅਸੀਂ 84 ਦੇ ਮੁੱਦਿਆਂ ਦੇ ਉੱਪਰ ਜਿਹੜੀਆਂ ਫਾਈਲਾਂ ਕਾਂਗਰਸ ਸਰਕਾਰ ਨੇ 35 ਸਾਲਾਂ ਤੋਂ ਸਿੱਟਦੀਆਂ ਸੀ ਕੂੜੇ ਦੇ ਵਿੱਚ ਜੀ, ਜਦੋਂ ਸਾਡੀ ਸਰਕਾਰ ਬਣੀ ਆਉਣ ਸਾਰ ਸਿੱਟ ਬਣਾਈ, ਸਿੱਟ ਬਣਾ ਕੇ ਉਹਦੀ ਜਾਂਚ ਕਰਵਾ ਕੇ ਅੱਜ ਜਿਹੜੇ 84 ਦੇ ਦੋਸ਼ੀ, ਮੈਂ ਨਹੀਂ ਕਹਿੰਦਾ ਸਾਰੇ ਫੜੇ ਗਏ, ਲੇਕਿਨ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਾਡੀ ਸਰਕਾਰ ਨੇ ਕਰਵਾਇਆ ਜੀ। ਦੂਜੀ ਗੱਲ, ਸਿੱਖੀ ਦੇ ਉੱਪਰ ਹੀ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ, ਫਿਰ ਆਪਾਂ ਜਿੱਥੇ ਕਹਿ ਸਕਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਗੁਰਪੁਰਬ ਉੱਪਰ, ਚਾਹੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਮਨਾ ਰਹੇ ਹਾਂ ਅਸੀਂ। ਸਾਡੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਸਾਰੇ ਵਰਗਾਂ ਦੀ ਪਾਰਟੀ ਹੈ। ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਮਸਲਾ ਹੈ, ਅਸੀਂ ਇਹਨੂੰ ਹੱਲ ਕਰਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ ਔਰ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਂਗੇ। ਪੰਜਾਬ ਦੇ ਵਿੱਚ ਜਿਹੜੀ ਅਸੀਂ ਨਸ਼ੇ ਦੇ ਨਾਂ ਦੀ ਕੋਈ ਚੀਜ਼ ਨਹੀਂ ਰਹਿਣ ਦੇਣੀ। ਸੋਢੀ ਸਾਹਿਬ, ਪਤਾ ਚੱਲਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਟਿਕਟਾਂ ਦੀ ਦੌੜ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ। ਪਾਰਟੀ ਇਹ ਬਠਿੰਡਾ ਲੋਕ ਸਭਾ ਹਲਕਾ ਜਿਹੜਾ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਤਾਂ ਕੀ ਤੁਸੀਂ ਪਾਰਟੀ ਵੱਲੋਂ ਇਲੈਕਸ਼ਨ ਕੰਟੈਸਟ ਕਰੋਗੇ? ਦੇਖੋ ਮਾਨ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਬੰਦਾ ਕੋਈ ਰਾਜਨੀਤੀ ਦੇ ਵਿੱਚ ਆਉਂਦਾ ਹੈ ਜੀ, ਤੇ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ MLA ਬਣਾ, ਮੈਂ MP ਬਣਾ, ਮੈਂ ਇਲੈਕਸ਼ਨ ਲੜਾਂ। ਮੈਂ ਪਹਿਲਾਂ ਵੀ ਪਾਰਟੀ ਵੱਲੋਂ 2008 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਸੀ ਜੀ।
ਲੇਕਿਨ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਬਹੁਤ ਲੰਮਾ ਵਿਸਥਾਰ ਹੋਇਆ ਹੈ ਇਹਨਾਂ ਸਾਲਾਂ ਦੇ ਵਿੱਚ। ਮੇਰਾ ਕਹਿਣਾ ਇਹ ਹੈ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ। ਜੇ ਮੈਨੂੰ ਮੇਰੀ ਹਾਈ ਕਮਾਂਡ ਕਹੂਗੀ ਕਿ ਤੁਸੀਂ ਸੰਗਠਨ 'ਚ ਕੰਮ ਕਰਨਾ ਹੈ ਤੇ ਮੈਂ ਸੰਗਠਨ 'ਚ ਵੀ ਕੰਮ ਕਰ ਲੂੰਗਾ। ਜੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਲੈਕਸ਼ਨ ਲੜਾਉਣਾ ਹੈ, ਤੁਸੀਂ ਚਾਹਵਾਨ ਹੋ, ਲੜ ਲਓ, ਤੇ ਮੈਂ ਇਲੈਕਸ਼ਨ ਵੀ ਲੜ ਲੂੰਗਾ। ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਇੱਛਾ ਹਰ ਵਿਅਕਤੀ ਦੀ ਹੁੰਦੀ ਹੈ, ਲੇਕਿਨ ਫੈਸਲਾ ਅਸੀਂ ਪਾਰਟੀ ਦਾ ਹੀ ਮੰਨਣਾ ਹੈ। ਮੈਂ ਇਹਦੇ ਵਿੱਚ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਹਾਡੀ ਜਿਹੜੀ ਇੱਛਾ ਹੈਗੀ ਆ, ਪਾਰਟਿਕੂਲਰ ਚਰਚਾ ਚੱਲ ਰਹੀ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ, ਕੀ ਇਹ ਸੱਚ ਹੈ ਕਿ ਤੁਸੀਂ ਇੱਥੋਂ ਇਲੈਕਸ਼ਨ ਲੜਨ ਦੇ ਚਾਹਵਾਨ ਹੋ? ਦੇਖੋ, ਮੇਰਾ ਕਹਿਣਾ ਇਹ ਹੈ ਕਿ ਪਾਰਟੀ ਮੈਨੂੰ ਪੰਜਾਬ 'ਚ ਜਿੱਥੋਂ ਮਰਜ਼ੀ ਲੜਾ ਲੇ ਜੀ, ਮੈਂ ਉੱਥੇ ਹੀ ਜਾ ਕੇ ਲੜ ਦੂੰਗਾ। ਮੈਂ ਪੰਜਾਬ ਦੇ ਵਿੱਚ ਬਹੁਤ ਕੰਮ ਕੀਤਾ ਹੈ, ਸੋ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਕਿ ਪਾਰਟੀ ਨੂੰ ਇੱਛਾ ਜ਼ਰੂਰ ਜਤਾਈ ਹੈ। ਜੇ ਪਾਰਟੀ ਨੇ ਥਾਪੀ ਦੇਤੀ ਤੇ ਜਿੱਥੋਂ ਵੀ ਇਲੈਕਸ਼ਨ ਲੜਾਊਗੀ ਉੱਥੋਂ ਲੜ ਲਾਂਗੇ, ਕੋਈ ਖਾਸ ਗੱਲ ਨਹੀਂ। ਚਲੋ, ਇਹ ਸਨ ਸਾਡੇ ਨਾਲ ਪਾਰਟੀ ਬੀਜੇਪੀ ਦੇ ਸੀਨੀਅਰ ਆਗੂ ਪੰਜਾਬ ਦੇ ਜਨਰਲ ਸੈਕਟਰੀ ਸ਼੍ਰੀ ਦਿਆਲਦਾਸ ਸੋਢੀ ਜੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਮੁੱਦੇ ਨੂੰ ਲੈ ਕੇ ਜਾਂ ਅਕਾਲੀ ਨਾਲ ਗੱਠਜੋੜ ਜਿਹੜਾ ਪੁਰਾਣਾ ਟੁੱਟਿਆ ਉਸ ਮੁੱਦੇ ਤੇ ਲੈ ਕੇ ਅਤੇ ਪੰਜਾਬ ਦੇ ਵਿੱਚ ਚੋਣਾਂ ਦੇ ਸੰਬੰਧੀ ਇਹਨਾਂ ਨੇ ਕਾਫੀ ਖੁੱਲ੍ਹ ਕੇ ਚਰਚਾ ਕੀਤੀ ਹੈ। ਤੇ ਸੋਢੀ ਸਾਹਿਬ, ਅਖੀਰ ਦੇ ਵਿੱਚ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਤੁਸੀਂ ਮੈਨੂੰ ਮੌਕਾ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।